वाहिगुरू जी का खालसा वाहिगुरू जी की फतेह। अमरीका RCN ते स्पैक्ट्रम केबल राਹੀਂ कैनेडा ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN ਜਾਦੂ roku TV ਸ਼ਾਵਾ TV TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਿਉਂ-ਜਿਉਂ ਬੰਦੀ ਛੋੜ ਦਿਵਸ ਦਾ ਜਿਹੜਾ ਦਿਹਾੜਾ ਹੈ ਉਹ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਜਦੋਂ ਅਸੀਂ ਸਾਡੇ ਮੱਕੇ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਵੱਲ ਨਜ਼ਰ ਮਾਰਦੇ ਹਾਂ ਤਾਂ ਉੱਥੇ ਜਿਹੜੀ ਟਕਰਾਅ ਦੀ ਲਾਈਨ ਹੈ ਉਹ ਦੇਖਣ ਨੂੰ ਮਿਲ ਰਹੀ ਹੈ। SGPC ਦੇ ਵਿਚਾਲੇ ਤੇ ਨਾਲ ਹੀ ਜਿਹੜੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਸੀ ਉਹਨਾਂ ਦੇ ਵਿਚਾਲੇ ਹਾਲ ਹੀ ਦੇ ਵਿੱਚ ਕਿਸੇ ਹੋਰ ਇਸ਼ੂ ਨੂੰ ਲੈ ਕੇ ਉਹਨਾਂ ਦੇ ਵਿਚਾਲੇ ਟਕਰਾਅ ਦੀ ਲਾਈਨ ਵੀ ਦੇਖਣ ਨੂੰ ਮਿਲੀ ਹੈ ਤੇ SGPC ਵੱਲੋਂ ਇਸ ਸੰਬੰਧੀ ਇੱਕ ਮੀਟਿੰਗ ਵੀ ਕੀਤੀ ਗਈ ਹੈ ਕਿ ਬੰਦੀ ਛੋੜ ਦਿਵਸ ਤੇ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਿੱਖ ਕੌਮ ਨੂੰ ਐਡਰੈਸ ਕਰਨਾ ਹੁੰਦਾ, ਆਪਣਾ ਸੰਦੇਸ਼ ਸਿੱਖ ਕੌਮ ਦੇ ਨਾਮ ਪੜ੍ਹਨਾ ਹੁੰਦਾ, ਤਾਂ ਉਸ ਮੌਕੇ ਗਿਆਨੀ ਗੁਰਬਚਨ ਸਿੰਘ ਦੇ ਪੈਰਲਲ ਜਿਹੜੇ ਮੁਤਵਾਜ਼ੀ ਜਥੇਦਾਰ ਨੇ ਉਹਨਾਂ ਨੂੰ ਕਿਵੇਂ ਰੋਕਿਆ ਜਾਵੇ, ਉਹਨਾਂ ਨੂੰ ਰੋਕਣ ਦੀ ਲਾਈਨ ਨੂੰ ਮੁੱਖ ਰੱਖਦਿਆਂ SGPC ਦੀ ਜਿਹੜੀ ਟਾਸਕ ਫੋਰਸ ਹੈ ਉਹ ਪੱਬਾਂ ਭਾਰ ਹੋਈ ਹੈ। ਸੋ ਇਹ ਟਕਰਾਅ ਦੀ ਜਿਹੜੀ ਨੀਤੀ ਹੈ ਇਹ ਅੱਜ ਦੀ ਡੇਟ ਦੇ ਵਿੱਚ ਕੀ ਮਾਇਨੇ ਰੱਖਦੀ ਹੈ ਤੇ ਖਾਸ ਤੌਰ ਤੇ ਜਦੋਂ ਅਸੀਂ ਗੁਰਦੁਆਰਾ ਪ੍ਰਬੰਧਾਂ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਇਨਡਾਇਰੈਕਟਲੀ ਜਿਹੜੀ RSS ਦੀ ਕੰਟਰੋਲਿੰਗ ਪਾਵਰ ਹੈਗੀ ਹੈ ਉਹ ਇਹਦੇ ਬਿਹਾਈਂਡ ਕੰਮ ਕਰ ਰਹੀ ਹੈ ਜਾਂ ਕੀ ਮਾਇਨੇ ਰੱਖਦੀ ਹੈ, ਇਹ ਸਾਰੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਨਾਲ ਹੀ ਜਦੋਂ ਅਸੀਂ BJP ਦੀ ਗੱਲ ਕਰਦੇ ਹਾਂ ਤਾਂ ਉਹਨਾਂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ SGPC ਦੇ ਵਿੱਚ ਜਿਹੜੀਆਂ ਵੋਟਾਂ ਹੁੰਦੀਆਂ ਨੇ ਗੁਰਦੁਆਰਾ ਪ੍ਰਬੰਧਾਂ ਦੇ ਲਈ ਉਹਦੇ ਵਿੱਚ ਜਿਹੜੀ ਹਿੱਸੇਦਾਰੀ ਦੀ ਮੰਗ ਕੀਤੀ ਹੈ ਉਹ ਵੀ ਇੱਕ ਜਿਹੜਾ ਨੁਕਤਾ ਹੈ ਉਹ ਇਸੇ ਦੇ ਨਾਲ ਜਾ ਕੇ ਜੁੜਦਾ ਹੈ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸਰਦਾਰ ਕਰਨੈਲ ਸਿੰਘ ਪੰਜੋਲੀ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪੰਜੋਲੀ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜੋਲੀ ਸਾਹਿਬ, ਜਿਹੜਾ ਬੰਦੀ ਛੋੜ ਦਿਵਸ ਦਾ ਦਿਹਾੜਾ ਹੁੰਦਾ ਹੈ ਇਹ ਬਹੁਤ ਹੀ ਇੱਕ ਅਹਿਮ ਦਿਹਾੜਾ ਹੈਗਾ ਸਿੱਖ ਕੌਮ ਦੇ ਲਈ ਤੇ ਰਿਵਾਇਤ ਅਨੁਸਾਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਿੱਖ ਕੌਮ ਦੇ ਨਾਮ ਸੰਦੇਸ਼ ਵੀ ਪੜ੍ਹਿਆ ਜਾਂਦਾ ਹੈ ਇੱਕ। ਸੋ ਇਸ ਮੌਕੇ ਦੇ ਉੱਪਰ ਜਿਹੜਾ SGPC ਵੱਲੋਂ ਥਾਪੇ ਹੋਏ ਜਿਹੜੇ ਜਥੇਦਾਰ ਨੇ ਗਿਆਨੀ ਗੁਰਬਚਨ ਸਿੰਘ, ਉਹਨਾਂ ਵੱਲੋਂ ਸੰਦੇਸ਼ ਦੇਣਾ ਕੀ ਮਾਇਨੇ ਰੱਖਦਾ ਹੈ, ਖਾਸ ਤੌਰ ਤੇ ਜਦੋਂ ਅਸੀਂ ਪਿਛਲੇ ਸਾਰੇ ਸਮੇਂ ਦੀਆਂ ਘਟਨਾਵਾਂ ਦੇ ਉੱਪਰ ਨਜ਼ਰ ਮਾਰਦੇ ਹਾਂ, ਕਿਵੇਂ ਸੌਦਾ ਸਾਧ ਨੂੰ ਮੁਆਫੀ ਦੇਣ ਦਾ ਮਾਮਲਾ ਤੇ ਸਿੱਖ ਕੌਮ ਵੱਲੋਂ ਉਹਨਾਂ ਨੂੰ ਗਿਆਨੀ ਗੁਰਬਚਨ ਸਿੰਘ ਨੂੰ ਨਕਾਰਿਆ ਜਾਣਾ, ਪਹਿਲਾਂ ਕਿਵੇਂ ਉਹ ਬਾਹਰ ਨਿਕਲਦੇ ਸੀ, ਸਮਾਗਮਾਂ ਦੇ ਵਿੱਚ ਜਾਂਦੇ ਸੀ ਤੇ ਹੁਣ ਉਹ ਆਪਣਾ ਇੱਕ ਲਿਮਿਟਡ ਜਿਹਾ ਦਾਇਰਾਕਾਰ ਉਹਨਾਂ ਦਾ ਦੇਖਣ ਨੂੰ ਮਿਲ ਰਿਹਾ ਹੈ ਤੇ ਬਾਹਰਲੇ ਮੁਲਕਾਂ ਦੇ ਵਿੱਚ ਵੀ ਆਉਣ ਜਾਣ ਦਾ ਨਹੀਂ ਬਣਦਾ। ਸੋ ਇਸ ਸਾਰੇ ਵਿਰੋਧ ਦੇ ਚੱਲਦਿਆਂ ਉਹਨਾਂ ਦਾ ਜਿਹੜਾ ਸੰਦੇਸ਼ ਪੜ੍ਹਨਾ ਹੈ ਉਹ ਕੀ ਮਾਇਨੇ ਰੱਖਦਾ ਹੈ, ਕਿੰਨਾ ਕੁ ਜਾਇਜ਼ ਸਮਝਦੇ ਹੋ ਤੁਸੀਂ ਇਹਨੂੰ? ਦੇਖੋ ਸਿੰਘ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਬੰਦੀ ਛੋੜ ਦਿਵਸ ਜਿਹੜਾ ਉਹ ਇਸ ਗੱਲ ਲਈ ਵੀ ਬਹੁਤ ਅਹਿਮੀਅਤ ਰੱਖਦਾ ਕਿ ਇੱਕ ਤਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਦੋਂ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਤਾਂ ਪੰਥ ਨੇ ਉਹਨਾਂ ਦੇ ਆਮਦ ਉੱਤੇ ਸਿੱਖ ਸੰਗਤਾਂ ਨੇ ਜਕਾਰੇ ਛੱਡੇ ਔਰ ਮਤਲਬ ਲਾਈਟਿੰਗ ਕੀਤੀ, ਉਹਨਾਂ ਦਿਨਾਂ ਦੇ ਵਿੱਚ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਤੇ ਉਹ ਦਿਨ ਨੂੰ ਮਹੱਤਵਪੂਰਨ ਦਿਨ ਸਮਝ ਕੇ ਮਨਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ। ਤੇ ਦੂਜਾ ਇਹਦੀ ਵੱਡੀ ਅਹਿਮੀਅਤ ਇਹ ਵੀ ਹੈ ਕਿ ਜਦੋਂ ਸਿੰਘ ਜੰਗਲਾਂ ਵਿੱਚ ਰਹਿੰਦੇ ਸੀ ਕਿਤੇ ਇਕੱਠੇ ਹੋਣ ਦਾ ਜ਼ਰੀਆ ਨਹੀਂ ਸੀ ਹੁੰਦਾ ਤੇ ਬਹੁਤ ਸਾਰੇ ਮਤ ਭੇਦ ਵੀ ਸਿੰਘਾਂ ਵਿੱਚ ਆਪਸ ਵਿੱਚ ਹੁੰਦੇ ਸਨ ਤੇ ਮੁਗਲਾਂ ਨਾਲ ਬੜੀ ਲੰਬੀ ਜੱਦੋ-ਜਹਿਦ ਵੀ ਸੀ ਤੇ ਉਹ ਮਤਲਬ ਆਪਣੇ ਜਿਹੜੇ ਪੈਂਤੜੇ ਸੀ ਕਿ ਅਸੀਂ ਕਿਸ ਤਰ੍ਹਾਂ ਲੜਨਾ, ਉਹਦੀ ਨੀਤੀ ਕਿਵੇਂ ਤੈਅ ਕਰਨੀ ਹੈ, ਉਹਨੂੰ ਮੁੱਖ ਰੱਖ ਕੇ ਬੰਦੀ ਛੋੜ ਦਿਵਸ ਦੇ ਉੱਤੇ ਖਾਲਸਾ ਜਿਹੜਾ ਸੀ ਉਹ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਇਕੱਤਰ ਹੁੰਦਾ ਔਰ ਉੱਥੇ ਸਰਬੱਤ ਖਾਲਸਾ ਹਰ ਸਾਲ ਹੁੰਦਾ ਸੀ। ਉਹ ਸਰਬੱਤ ਖਾਲਸੇ ਦੇ ਵਿੱਚ ਪੰਥ ਨੂੰ ਜਿਹੜੀਆਂ ਉਸ ਸਮੇਂ ਚੁਣੌਤੀਆਂ ਹੁੰਦੀਆਂ ਸਨ ਉਹਨਾਂ ਚੁਣੌਤੀਆਂ ਤੇ ਵੀ ਵਿਚਾਰ ਵਟਾਂਦਰਾ ਹੁੰਦਾ ਸੀ ਔਰ
ਨਾਲ ਦੀ ਨਾਲ ਜਿਹੜੇ ਆਪਸੀ ਮਤਭੇਦ ਸੀ ਉਹਨਾਂ ਨੂੰ ਮਤਭੇਦਾਂ ਨੂੰ ਦੂਰ ਕਰਨ ਦੇ ਵੀ ਯਤਨ ਕੀਤੇ ਜਾਂਦੇ ਸਨ ਜੀ। ਬਿਲਕੁਲ, ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਮਤਲਬ ਕੌਮ ਦੇ ਜਿਹੜੇ ਆਗੂ ਸਾਹਿਬਾਨ ਸੀ ਉਹ ਬੈਠ ਕੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਹੀ ਉੱਥੇ ਸਰਬੱਤ ਖਾਲਸੇ ਵਿੱਚ ਫੈਸਲੇ ਲੈਂਦੇ, ਫਿਰ ਉਹਨਾਂ ਤੇ ਪੂਰੀ ਦ੍ਰਿੜਤਾ ਨਾਲ ਪਹਿਰੇਦਾਰੀ ਵੀ ਕਰਦੇ। ਲੇਕਿਨ ਮੌਜੂਦਾ ਸਮੇਂ ਦੇ ਵਿੱਚ ਜਿਹੜੀ ਸਮੱਸਿਆ ਸਾਡੇ ਸਾਹਮਣੇ ਖੜੀ ਹੈ ਕਿ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਉਹ ਸਿੱਖ ਪੰਥ ਦੀਆਂ ਭਾਵਨਾਵਾਂ ਦੀ ਸਹੀ ਤਰਜਮਾਨੀ ਕਰਨ 'ਚ ਬਹੁਤ ਬੁਰੀ ਤਰ੍ਹਾਂ ਅਸਫਲ ਰਹੇ ਨੇ। ਉਹਨਾਂ ਦੀ ਜਥੇਦਾਰੀ ਦੇ ਸਮੇਂ ਦੇ ਦੌਰਾਨ ਬਹੁਤ ਵੱਡੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਨੇ ਸਿੱਖ ਪੰਥ ਦਾ ਸਿਰ ਨੀਵਾਂ ਕਰਕੇ ਰੱਖ ਦਿੱਤਾ। ਸਭ ਤੋਂ ਪਹਿਲੀ ਗੱਲ ਤਾਂ ਜਿਹੜੀ ਸੀ ਉਹ ਜਿਹੜਾ ਸਿੱਖਾਂ ਦੀ ਅਤਰੀ ਆਜ਼ਾਦ ਤੇ ਜਿਹੜੀ ਨਿਆਰੀ ਹਸਤੀ ਹੈ ਜਾਂ ਜਿਹਦੇ ਜ਼ਰੀਏ ਸਾਡੀ ਵੱਖ-ਵੱਖ ਸੰਪਰਦਾਵਾਂ, ਵੱਖ-ਵੱਖ ਮਿਸ਼ਨਰੀਆਂ, ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ, ਪੂਰੀ ਪੰਥਕ ਫਲਵਾੜੀ ਜਿਹੜੀ ਹੈ ਉਹਦੇ ਵਿੱਚ ਏਕਤਾ ਜਿਹੜੀ ਹੈ ਉਹ ਕਰਵਾਉਣ ਲਈ ਮਤਲਬ ਕਰਨ ਦੇ ਲਈ ਦੋ ਸਾਡੇ ਕੋਲ ਬਹੁਤ ਸੈਂਟਿਕ ਗੱਲਾਂ ਸੀ। ਇੱਕ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਤੇ ਦੂਜੀ ਹੈ ਨਾਨਕਸ਼ਾਹੀ ਕੈਲੰਡਰ। ਲੇਕਿਨ ਬਦਕਿਸਮਤੀ ਕਿ ਅੱਜ ਨਾਨਕਸ਼ਾਹੀ ਕੈਲੰਡਰ ਤਾਂ ਬਿਲਕੁਲ ਹੀ ਖਤਮ ਕਰ ਦਿੱਤਾ ਗਿਆ, ਗਿਆਨੀ ਗੁਰਬਚਨ ਸਿੰਘ ਦੇ ਅਕਾਲ ਤਖ਼ਤ ਦੇ ਜਥੇਦਾਰ ਹੁੰਦਿਆਂ ਹੋਇਆ ਖਤਮ ਹੋਇਆ। ਤੇ ਦੂਜਾ ਜਿਹੜੀ ਸਿੱਖ ਰਹਿਤ ਮਰਿਆਦਾ ਉਹ ਅਕਾਲ ਤਖ਼ਤ ਦੇ ਜਥੇਦਾਰ ਖੁਦ ਹੀ ਉਹ ਰਹਿਤ ਮਰਿਆਦਾ ਦਾ ਘਾਣ ਕਰੀ ਜਾਂਦੇ ਨੇ। ਬਾਕੀ ਜਿੱਦਾਂ ਮਤਲਬ ਦੂਜਿਆਂ ਨੂੰ ਕਿਵੇਂ ਰੋਕ ਸਕਦੇ ਨੇ ਜਦੋਂ ਉਹਦਾ ਆਪੇ ਉਹ ਘਾਣ ਕਰ ਰਹੇ ਨੇ। ਤੀਜੀ ਗੱਲ ਜਿਹੜਾ ਬਹੁਤ ਵੱਡਾ ਮਤਲਬ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਰੋਲ ਬੜਾ ਮਾੜਾ ਰਿਹਾ ਉਹ ਸੀ ਮਤਲਬ ਸੌਦੇ ਸਾਧ ਨੂੰ ਮਾਫੀਨਾਮਾ ਦੇਣਾ। ਔਰ ਜਦੋਂ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪਾਂ ਦਾ ਲਗਾਤਾਰ ਬੇਅਦਬੀ ਹੁੰਦੀ ਰਹੀ, ਬਰਗਾੜੀ ਕਾਂਡ ਦੇ ਵਿੱਚ ਜਿਹੜਾ ਘਟਨਾ ਵਾਪਰੀ ਬਕਾਇਦਾ ਸਰਸੇ ਵਾਲਿਆਂ ਨੇ ਇਸ਼ਤਿਹਾਰ ਲਾਇਆ ਉੱਥੇ ਸੌਦੇ ਸਾਧ ਦੇ ਚੇਲਿਆਂ ਨੇ ਔਰ ਚੇਤਾਵਨੀ ਦਿੱਤੀ ਪੰਥ ਨੂੰ। ਉਹਨਾਂ ਨੇ ਮਹਾਰਾਜ ਦਾ ਸਰੂਪ ਉਹਨਾਂ ਦੇ ਕੋਲ ਅੱਜ ਵੀ ਉਹਨਾਂ ਕੋਲ ਮੌਜੂਦ ਆ, ਉਹਨਾਂ ਨੇ ਚੁੱਕਿਆ ਹੋਇਆ। ਉਹਨਾਂ ਨੇ ਸਾਰੇ ਅੰਗ ਜਿਹੜੇ ਸੀ ਗਲੀ ਦੇ ਵਿੱਚ ਖੰਡਾਏ ਤੇ ਜੇ ਪੰਥ ਨੇ ਗੁੱਸੇ ਤੇ ਰੋਹ ਦਾ ਪ੍ਰਗਟਾਵਾ ਕੀਤਾ ਤਾਂ ਪੰਜਾਬ ਪੁਲਿਸ ਨੇ ਗੋਲੀਆਂ ਮਾਰੀਆਂ, ਮਤਲਬ ਸਿੰਘ ਸ਼ਹੀਦ ਹੋਏ, ਬਹੁਤ ਸਾਰੇ ਫੱਟੜ ਹੋਏ। ਇੰਨੀਆਂ ਘਟਨਾਵਾਂ ਵਾਪਰ ਦੇ ਬਾਵਜੂਦ ਵੀ ਇੱਕ ਗਿੱਦੜ ਚਿੱਠੀ ਦੇ ਉੱਤੇ ਸੌਦਾ ਸਾਧ ਨੂੰ ਮਾਫ ਕੀਤਾ। ਅਸੀਂ ਬਹੁਤ ਇਹਦਾ ਵਿਰੋਧ ਕੀਤਾ, ਮੈਂ ਤੇ ਜਥੇਦਾਰ ਸੁਖਦੇਵ ਸਿੰਘ ਭੌਰ ਨੇ, ਪਰ ਕੋਈ ਗੱਲ ਉਹਨਾਂ ਨੇ ਸੁਣੀ ਨਾ। ਦੂਜੀ ਵੱਡੀਆਂ ਘਟਨਾਵਾਂ ਨੇ ਕਿ ਜਿਹੜੀ ਧਿਰ ਮੌਜੂਦਾ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾ ਰਹੀ ਹੈ, ਸ਼੍ਰੋਮਣੀ ਅਕਾਲੀ ਦਲ, ਉਹਦੇ ਨਾਲ ਤੇ ਦੂਜੀਆਂ ਧਿਰਾਂ ਨਾਲ ਪੱਖਪਾਤ ਦਾ ਰਵੱਈਆ ਅਖਤਿਆਰ ਕਰਨਾ, ਇਹ ਵੀ ਮੈਂ ਸਮਝਦਾ ਕਿ ਜਥੇਦਾਰ ਦਾ ਬਿਲਕੁਲ ਬਹੁਤ ਮਾੜਾ ਤੇ ਬੜਾ ਗਲਤ ਰੋਲ ਹੈ। ਇਹ ਸੁੱਚਾ ਸਿੰਘ ਲੰਗਾ ਜਿਹੜਾ ਹੈ ਉਹ ਮਤਲਬ ਇੱਕ ਵੱਡੀ ਬੱਜਰ ਰਹਿਤ ਕਰ ਸਕਦਾ ਹੈ, ਉਹਨੂੰ ਜਥੇਦਾਰ ਅਕਾਲ ਤਖ਼ਤ ਪੰਥ ਚੋਂ ਛੇਕ ਸਕਦਾ ਹੈ। ਔਰ ਉਹਨਾਂ ਨੇ ਛੇਕਿਆ ਸਿਰਫ ਇਸ ਕਰਕੇ ਕਿ ਉਦੋਂ ਵੋਟਾਂ ਪੈ ਰਹੀਆਂ ਸੀ, ਜੇ ਵੋਟਾਂ ਨਾ ਪੈਂਦੀਆਂ ਸ਼ਾਇਦ ਸੁੱਚਾ ਲੰਗਾ ਨੂੰ ਕਿਸੇ ਨੇ ਨਹੀਂ ਸੀ ਛੇਕਣਾ। ਲੇਕਿਨ ਉਹਦੀ ਦੋਸ਼ ਬੀਬੀ ਜਗੀਰ ਕੌਰ ਉੱਤੇ ਲੱਗਦਾ ਤੇ ਜਦੋਂ ਉਹਨੂੰ ਮਤਲਬ ਛੇਕਦੇ ਹੋ ਤੁਸੀਂ ਬੀਬੀ ਜਗੀਰ ਕੌਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ ਤਾਂ ਇਹ ਜਿਹੜੀਆਂ ਘਟਨਾਵਾਂ ਨੇ ਸਿੱਖਾਂ ਦੇ ਮਨਾਂ ਵਿੱਚ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਬੇਵਿਸ਼ਵਾਸੀ ਦਾ ਪ੍ਰਗਟਾਵਾ ਕਰ ਰਹੀਆਂ ਨੇ ਔਰ ਸਿੱਖਾਂ ਦੇ ਮਨਾਂ ਵਿੱਚ ਬਹੁਤ ਵੱਡਾ ਰੋਸ ਤੇ ਮਤਲਬ ਗੁੱਸਾ ਹੈ। ਔਰ ਜਿਹਦੇ ਕਾਰਨ ਜਦੋਂ ਸਰਸੇ ਵਾਲੇ ਸਾਧ ਨੂੰ ਮਾਫੀਨਾਮਾ ਦੇ ਦਿੱਤਾ ਗਿਆ, ਫਿਰ ਪੰਥ ਨੇ ਪੰਥ ਦੀ ਇੱਕ ਬਹੁਤ ਵੱਡੇ ਹਿੱਸੇ ਨੇ ਸਰਬੱਤ ਖਾਲਸਾ ਸੱਦਿਆ। ਉਹਨਾਂ ਨੇ ਪੰਜ ਸਿੰਘ ਉਹਨਾਂ ਨੇ ਵੀ ਆਪਣੇ ਬਰਾਬਰ ਜਥੇਦਾਰ ਮਤਬਾਜੀ ਜਥੇਦਾਰ ਮਤਲਬ ਖੜੇ ਕਰ ਲਏ। ਮੈਂ ਦੇਖੋ ਇਸ ਗੱਲ ਨਾਲ ਤਾਂ ਕਿਸੇ ਵੀ ਤਰ੍ਹਾਂ ਸਹਿਮਤੀ ਪ੍ਰਗਟ ਨਹੀਂ ਕਰਦਾ ਕਿ ਇਸ ਤਰ੍ਹਾਂ ਦੇ ਸਰਬੱਤ ਖਾਲਸੇ ਕਰਕੇ ਅਸੀਂ ਵੱਖ-ਵੱਖ ਧਿਰਾਂ ਮਤਲਬ ਜਿਹੜੀਆਂ ਜਥੇਬੰਦੀਆਂ ਆਪਣੇ ਤੌਰ ਦੇ ਉੱਤੇ ਮਤਲਬ ਪੰਜ ਸਿੰਘ ਸਾਹਿਬਾਨਾਂ ਦੀ ਚੋਣ ਕਰਕੇ ਮਤਵਾਦੀ ਜਥੇਦਾਰ ਬਰਾਬਰ ਖੜੇ ਕਰ ਲਈਏ ਜੀ। ਪਰ ਇਹ ਗੱਲ ਸੱਚ ਹੈ ਕਿ ਇਹ ਸਾਰਾ ਕੁਝ ਜੋ ਕੁਝ ਨਿਕਲਿਆ ਇਹ ਜਥੇਦਾਰ ਗੁਰਬਚਨ ਸਿੰਘ ਦੀਆਂ ਗਲਤੀਆਂ ਦਾ ਨਤੀਜਾ ਹੈ। ਤੇ ਮੈਂ ਇਹ ਸਮਝਦਾ ਪਿਛਲੇ ਸਾਲ ਵੀ ਇਹ ਮੇਰੀ ਰਾਏ ਸੀ, ਮੈਂ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਦੇ ਵਿੱਚ ਵੀ ਰਾਏ ਦਿੱਤੀ ਸੀ, ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵੀ ਕਿਹਾ ਸੀ ਕਿ ਗਿਆਨੀ ਗੁਰਬਚਨ ਸਿੰਘ ਪ੍ਰਤੀ ਲੋਕਾਂ ਦਾ ਗੁੱਸਾ ਹੈ, ਰੋਹ ਹੈ। ਜੇ ਉਹਦੇ ਕੋਲੋਂ ਸੰਦੇਸ਼ ਪੜਾਇਆ ਜਾਏਗਾ ਉੱਥੇ ਸੰਭਾਵਨਾ ਹੈ ਟਕਰਾਅ ਪੈਦਾ ਹੋਏਗਾ, ਪੰਥ ਵਿੱਚ ਗੁੱਸਾ ਹੈ। ਇਸ ਲਈ ਉਹਦੇ ਬਦਲ ਦੇ ਰੂਪ ਵਿੱਚ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਜਗਤਾਰ ਸਿੰਘ ਜੀ ਉਹਨਾਂ ਕੋਲੋਂ ਸੰਦੇਸ਼ ਪੜਾ ਲੈਣਾ ਚਾਹੀਦਾ। ਤੇ ਅੱਜ ਵੀ ਮੈਂ ਸਮਝਦਾ ਵੀ ਇਹ ਟਕਰਾਅ ਟਾਲਣ ਲਈ ਪੰਥ ਦੇ ਅੰਦਰ ਬਲਕਿ ਉਸ ਥਾਂ ਦੇ ਉੱਤੇ ਟਕਰਾਅ ਹੋਵੇ ਜਿਹਨੂੰ
ਜਿਹਨੂੰ ਅਸੀਂ ਮਤਲਬ ਦੁਨੀਆ ਦਾ ਸਭ ਤੋਂ ਪਵਿੱਤਰ ਤੇ ਮਹਾਨ ਸਥਾਨ ਸਮਝਦੇ ਹਾਂ, ਜੋ ਸਾਡੇ ਲਈ ਰੱਬ ਦਾ ਘਰ ਹੈ, ਜਿੱਥੇ 24 ਘੰਟੇ ਪਰਮਾਤਮਾ ਦਾ ਗੁਣਗਾਨ ਹੁੰਦਾ, ਤੇ ਉਸ ਸਥਾਨ ਦੇ ਉੱਤੇ ਜੇ ਸਿੱਖ ਹੀ ਇੱਕ ਦੂਸਰੇ ਦੀਆਂ ਪੱਗਾਂ ਲਾਉਣਗੇ, ਕਿਰਪਾਨਾਂ ਚਲਾਉਣਗੇ, ਤਾਂ ਇਸ ਤੋਂ ਵੱਡੀ ਬਦਨਾਮੀ ਸਾਡੀ ਕੋਈ ਨਹੀਂ ਹੋਏਗੀ। ਤੇ ਮੈਂ ਇਹ ਸਮਝਦਾ ਕਿ ਇਹ ਗੱਲਾਂ ਨੂੰ ਟਾਲਣ ਦੇ ਲਈ ਇਹ ਜ਼ਰੂਰੀ ਹੈ ਕਿ ਗਿਆਨੀ ਗੁਰਬਚਨ ਸਿੰਘ ਦੀ ਥਾਂ ਦੇ ਉੱਤੇ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਤੋਂ ਸੰਦੇਸ਼ ਪੜ੍ਹਾ ਲੈ ਕੇ ਪੜ੍ਹਾਉਣਾ ਚਾਹੀਦਾ, ਤਾਂ ਕਿ ਟਕਰਾਅ ਟਾਲਿਆ ਜਾ ਸਕੇ, ਸਾਡੀ ਬਦਨਾਮੀ ਨਾ ਹੋਵੇ। ਜੀ ਪੰਜੋਲੀ ਸਾਹਿਬ, ਪਰ ਜਿਹੜਾ SGPC ਦਾ ਰਵੱਈਆ ਹੈਗਾ, ਇਹ ਸਾਰੇ ਵਰਤਾਰੇ ਨੂੰ ਮੁੱਖ ਰੱਖਦਿਆਂ ਉਹ ਬਜਿੱਦ ਨੇ ਕਿ ਉਹਨਾਂ ਨੇ ਜਿਹੜੀ ਲਾਈਨ ਟੋ ਕੀਤੀ ਹੋਈ ਹੈ ਗਿਆਨੀ ਗੁਰਬਚਨ ਸਿੰਘ ਤੋਂ ਹੀ ਜਿਹੜਾ ਸੰਦੇਸ਼ ਹੈ ਉਹ ਪੜ੍ਹਾਉਣ ਦੀ ਜਿਹੜੀਆਂ ਖਬਰਾਂ ਨੇ ਉਹ ਸਾਹਮਣੇ ਆ ਰਹੀਆਂ ਨੇ। ਤੇ ਨਾਲ ਦੀ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਗੱਲ ਕੀਤੀ ਹੈ ਕਿ ਸਾਰਾ ਜਿਹੜਾ ਹੈਗਾ ਉਹ ਗਿਆਨੀ ਗੁਰਬਚਨ ਸਿੰਘ ਦੀ ਗਲਤੀ ਦਾ ਨਤੀਜਾ ਸੀ, ਸਾਰਾ ਸਰਬੱਤ ਖਾਲਸਾ ਹੋਣਾ ਤੇ ਜਿਹੜਾ ਸਿੱਖ ਕੌਮ ਦਾ ਵਿਰੋਧ ਹੈਗਾ ਉਹਨਾਂ ਦੇ ਪ੍ਰਤੀ, ਪਰ ਇਹਦੇ 'ਚ SGPC ਦਾ ਕੀ ਰੋਲ ਹੈ? SGPC ਵੀ ਬਰਾਬਰ ਦੀ ਸ਼ਰੀਕ ਹੈ ਐਜ਼ ਅ ਜਥੇਬੰਦੀ, ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਹਰ ਮੌਕੇ ਤੇ, ਉਹਨਾਂ ਦੇ ਫੈਸਲੇ ਦਾ ਵੀ ਉਹਨਾਂ ਨੇ ਇਸ਼ਤਿਹਾਰਬਾਜ਼ੀ ਕੀਤੀ। ਜਦੋਂ ਸੌਦਾ ਸਾਧ ਨੂੰ ਮਾਫ ਕੀਤਾ, ਕਰੀਬ 1 ਕਰੋੜ ਰੁਪਏ ਦੇ ਜਿਹੜਾ ਹੈਗਾ ਉਹ ਇਸ਼ਤਿਹਾਰ ਅਖਬਾਰਾਂ ਨੂੰ ਦਿੱਤੇ ਗਏ ਸਿੱਖ ਕੌਮ ਨੂੰ ਸੰਦੇਸ਼ ਦੇ ਤੌਰ ਤੇ ਕਿ ਇਸ ਫੈਸਲੇ ਨੂੰ ਮੰਨਿਆ ਜਾਵੇ। ਤੇ ਅੱਜ ਵੀ ਇੰਨੇ ਵਿਰੋਧ ਦੇ ਬਾਵਜੂਦ ਵੀ ਨਾ ਕੋਈ ਵਿਧੀ ਵਿਧਾਨ ਅਕਾਲ ਤਖਤ ਦੇ ਜਥੇਦਾਰ ਦੀ ਥਾਪਣ ਦਾ, ਉਹਨਾਂ ਨੂੰ ਉੱਥੋਂ ਹਟਾਉਣ ਦਾ ਉਸ ਅਹੁਦੇ ਤੋਂ, ਨਾ ਕੋਈ ਹੋਰ ਸਾਹਮਣੇ ਆਇਆ। ਸੋ SGPC ਦਾ ਕੀ ਰੋਲ ਹੈ ਇਸ ਸਾਰੇ ਪਾਰਟ ਦੇ ਵਿੱਚ? ਸਿੰਘ ਸਾਹਿਬ ਦੇਖੋ, ਮੈਂ ਇੱਕ ਗੱਲ ਪਹਿਲਾਂ ਵੀ ਬੜੀ ਵਾਰੀ ਤੁਹਾਡੇ ਚੈਨਲ ਦੇ ਰਾਹੀਂ ਮਤਲਬ ਕੀਤੀ, ਰੇਡੀਓ ਰਾਹੀਂ ਵੀ ਕਰੀ, ਹੋਰਾਂ ਰੇਡੀਓ ਤੇ ਵੀ ਮੇਰੀਆਂ ਬੜੀਆਂ ਗੱਲਾਂ ਹੋਈਆਂ। ਮੈਂ ਇਹ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਦੋਂ ਬਣੀ ਸੀ ਜਦੋਂ ਭਾਰਤ ਜਿਹੜਾ ਸੀ ਉਹ ਇਕੱਠਾ ਸੀ, ਪਾਕਿਸਤਾਨ ਦਾ ਪੰਜਾਬ ਬੜਾ ਹਿੱਸਾ ਜਿਹੜਾ ਸੀ ਉਹ ਹਿੰਦੁਸਤਾਨ ਦੇ ਵਿੱਚ ਸ਼ਾਮਲ ਸੀ ਜੀ। ਸਾਂਝੇ ਪੰਜਾਬ ਦੀ ਜਿਹੜੇ ਇਤਿਹਾਸਕ ਗੁਰਦੁਆਰੇ ਸਾਹਿਬਾਨ ਸਨ, ਉਹਨਾਂ ਦੇ ਪ੍ਰਬੰਧ ਨੂੰ ਚਲਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ। ਪਾਕਿਸਤਾਨ ਟੁੱਟ ਗਿਆ, ਮਤਲਬ ਪਾਕਿਸਤਾਨ ਵੱਖਰਾ ਬਣ ਗਿਆ ਤੇ ਵੱਖਰਾ ਦੇਸ਼ ਹੋ ਗਿਆ, ਉਹਨਾਂ ਦੇ ਬਹੁਤ ਸਾਰੇ ਗੁਰਦੁਆਰੇ ਸਾਡੇ ਪਾਕਿਸਤਾਨ ਚਲੇ ਗਏ, ਸ਼੍ਰੋਮਣੀ ਕਮੇਟੀ ਬਹੁਤ ਛੋਟੀ ਰਹਿ ਗਈ। ਉਸ ਤੋਂ ਬਾਅਦ ਹਰਿਆਣਾ ਵੀ ਕਮੇਟੀ, ਹਰਿਆਣਾ ਦੇ ਸਿੱਖਾਂ ਨੇ ਵੱਖਰੀ ਕਮੇਟੀ ਦੀ ਮੰਗ ਕੀਤੀ, ਉਹਨਾਂ ਦਾ ਬੜਾ ਹਿੱਸਾ ਜਿਹੜਾ ਸੀ ਉਹ ਮਤਲਬ ਸ਼੍ਰੋਮਣੀ ਕਮੇਟੀ ਤੋਂ ਦੁਖੀ ਹੋ ਕੇ ਉਹਨਾਂ ਨੇ ਵੱਖਰੇ ਰੂਪ ਦੇ ਵਿੱਚ ਆਪਣੀ ਕਮੇਟੀ ਬਣਾਈ ਹੋਈ ਹੈ, ਔਰ ਉਹ ਕੇਸ ਹਾਲੇ ਲੰਮਕ ਰਿਹਾ ਜੀ। ਤੀਜੀ ਵੱਡੀ ਗੱਲ ਇਹ ਹੈ ਵੀ ਸਿੱਖ ਜਿਹੜਾ ਦੁਨੀਆ ਦੇ 60 ਮੁਲਕਾਂ ਵਿੱਚ ਸਿੱਖ ਚਲਿਆ ਗਿਆ ਤੇ ਸਿੱਖਾਂ ਨੇ ਸੰਸਾਰ ਭਰ ਵਿੱਚ ਜਾ ਕੇ ਬਹੁਤ ਅੱਛੇ ਗੁਰਦੁਆਰੇ ਬਣਾ ਲਏ, ਬੜੇ ਅੱਛੇ ਲੰਗਰ ਬਣਾਏ ਤੇ ਬੜਾ ਮਾਣ ਸਨਮਾਨ ਸਿੱਖਾਂ ਨੇ ਖੱਟਿਆ। ਤੇ ਮੈਂ ਸਮਝਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਦਾ ਕੱਦ ਜਿਹੜਾ ਹੈ ਉਹਦਾ ਬੌਣਾ ਕਰਕੇ ਰੱਖ ਦਿੱਤਾ ਗਿਆ ਤੇ ਇਹ ਸੰਸਥਾ ਦੀ ਮਤਲਬ ਅਹਿਮੀਅਤ ਨੂੰ, ਇਹਦੀ ਜਿਹੜੀ ਭਾਵਨਾ, ਮੂਲ ਭਾਵਨਾ ਸਾਡੇ ਪੁਰਾਣੇ ਬਜ਼ੁਰਗਾਂ ਦੀ, ਉਸ ਮੂਲ ਭਾਵਨਾ ਨੂੰ ਮੌਜੂਦਾ ਜਿਹੜੀ ਸਿੱਖ ਲੀਡਰਸ਼ਿਪ ਆ ਉਹਨੇ ਸਮਝਣ ਦਾ ਯਤਨ ਨਹੀਂ ਕੀਤਾ ਜੀ। ਇਹ ਇਕੱਲੀ ਗੁਰਦੁਆਰਾ ਪ੍ਰਬੰਧ ਲਈ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਬਣੀ, ਬਲਕਿ ਇਹ ਸਿੱਖ ਜਜ਼ਬਾਤਾਂ ਦੀ ਤਰਜਮਾਨੀ ਕਰਨ ਵਾਲੀ ਸੰਸਥਾ ਹੈ ਜੀ। ਬਿਲਕੁਲ ਸੂਖਮ ਜਿਹੜੀ ਭਾਵਨਾ, ਸੂਖਮ ਸ਼ਰਧਾ ਜਿਹੜੀ ਹੈ ਉਹਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਿਆਲ ਰੱਖਣਾ ਹੈ। ਜਦੋਂ ਜਥੇਦਾਰ ਮੌਜੂਦਾ ਸਮੇਂ ਦੇ ਵਿੱਚ ਪੰਥਕ ਭਾਵਨਾਵਾਂ ਦੀ ਸਹੀ ਤਰਜਮਾਨੀ ਨਹੀਂ ਕਰਦੇ ਤਾਂ ਮੈਂ ਸਮਝਦਾ ਕਿ ਬਿਨਾਂ ਦੇਰੀ ਮੌਜੂਦਾ ਜਥੇਦਾਰਾਂ ਨੂੰ ਲਾਂਭੇ ਕਰਕੇ ਸਮੁੱਚੇ ਪੰਥ ਦੀ ਰਾਏ ਲੈਣ ਤੋਂ ਬਾਅਦ ਹੀ ਇਹ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ। ਮੇਰੀ ਤਾਂ ਰਾਏ ਇੱਥੋਂ ਤੱਕ ਸੀ ਕਿ ਅੱਜ ਵੀ ਮੈਂ ਇਸ ਗੱਲ ਦੇ ਉੱਤੇ ਖੜਾ ਕਿ 29 ਕਰੋੜ ਅਮਰੀਕਨ ਲੋਕ ਜਿਹੜੇ ਨੇ ਉਹ ਆਪਣੇ ਦੇਸ਼ ਦਾ ਰਾਸ਼ਟਰਪਤੀ ਚੁਣ ਸਕਦੇ ਨੇ, ਚੁਣ ਸਕਦੇ ਨੇ, ਤਾਂ ਕਿ ਅਸੀਂ 2.5-3 ਕਰੋੜ ਸਿੱਖ ਜਿਹੜੇ ਆ ਸੰਸਾਰ ਭਰ ਦੇ ਵਿੱਚ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਚੋਣ ਅਸੀਂ ਕਿਉਂ ਨਹੀਂ ਕਰ ਸਕਦੇ? ਮੈਂ ਇਹ ਸਮਝਦਾ ਕਿ ਮੌਜੂਦਾ ਸਮੇਂ ਦੇ ਅੰਦਰ ਇਸ ਗੱਲ ਦੀ ਜ਼ਰੂਰਤ ਪੈਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਸਿੱਖਾਂ ਦੀ ਭਾਵਨਾਵਾਂ ਦੀ ਤਰਜਮਾਨੀ ਕਰਨ ਤੋਂ ਕਿਤੇ ਨਾ ਕਿਤੇ ਮਤਲਬ ਕਮਜ਼ੋਰ ਪੈ ਰਹੀ ਹੈ। ਇਹਦੇ ਲਈ ਤਰੀਕਾ ਇੱਕੋ ਹੀ ਹੈ, ਇਹਦੀ ਤੇ ਸਿੱਖ ਲੀਡਰਸ਼ਿਪ ਦੀ ਜਵਾਬ ਤਲਬੀ ਕਰਨ ਲਈ ਸਰਬ ਪ੍ਰਵਾਨਿਤ ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਦਮਦਮਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ, ਇਹਨਾਂ ਜਥੇਦਾਰਾਂ ਦੀ ਨਿਯੁਕਤੀ ਕਰਨ ਦੇ ਲਈ ਜ਼ਰੂਰੀ ਹੈ ਸਿਰਫ ਸਮੁੱਚਾ ਖਾਲਸਾ ਪੰਥ ਜਿਹੜਾ ਉਹ ਵੋਟ ਪਾ ਕੇ ਇਹਨਾਂ ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਕਰੇ ਔਰ ਇਹਨੂੰ ਬਣਾਉਣ ਦਾ, ਇਹਨੂੰ ਹਟਾਉਣ ਦਾ ਵਿਧੀ ਵਿਧਾਨ ਜਿਹੜਾ ਇਹ ਸਿੱਖ ਪੰਥ ਨੂੰ ਬਣਾਉਣਾ ਚਾਹੀਦਾ। ਇਸ ਸਮੇਂ 'ਚ ਲੋੜ
ਆਉਣ ਵਾਲੀ ਕੱਲ ਹੋਰ ਵਧੇਗੀ ਤੇ ਟਕਰਾਅ ਹੋਰ ਵਧਣਗੇ। ਜੀ ਪੰਜੋਲੀ ਸਾਹਿਬ, ਕਿਤੇ ਨਾ ਕਿਤੇ ਜਿਹੜੀ ਸਥਿਤੀ ਹੈ ਉਹ ਜ਼ਰੂਰ ਵੱਧ ਤੋਂ ਬੱਤਰ ਹੁੰਦੀ ਨਜ਼ਰ ਆ ਰਹੀ ਹੈ, ਪਰ ਜਿਹੜਾ ਇਹਦਾ ਹੱਲ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਵਾਚਣ ਦੀ ਲੋੜ ਹੈ ਕਿ ਸਿੱਖ ਕੌਮ ਕਿਵੇਂ ਇਸ ਦੇ ਹੱਲ ਨੂੰ ਲੱਭ ਸਕਦੀ ਹੈ ਤੇ ਉਹਨੂੰ ਅਮਲੀ ਜਾਮਾ ਪਹਿਨਾਇਆ ਜਾ ਸਕਦਾ ਹੈ। ਪਰ ਜੇ ਅਸੀਂ ਗੁਰਦੁਆਰਾ ਸਾਹਿਬਾਨਾਂ ਦੇ ਕੰਟਰੋਲ ਦੀ ਗੱਲ ਕਰਦੇ ਹਾਂ ਤਾਂ ਡਾਇਰੈਕਟਲੀ ਇਨਡਾਇਰੈਕਟਲੀ ਕਿਤੇ ਨਾ ਕਿਤੇ ਜਿਹੜੀ ਸਿੱਖ ਵਿਰੋਧੀ ਤਾਕਤਾਂ ਹੈਗੀਆਂ ਨੇ, ਖਾਸ ਤੌਰ ਤੇ ਜਦੋਂ ਅਸੀਂ ਹਿੰਦੂਤਵਾ ਦੀ ਜਿਹੜੀ ਵਿਚਾਰਧਾਰਾ ਹੈਗੀ ਹੈ ਉਹਦੀ ਗੱਲ ਕਰਦੇ ਹਾਂ, ਭਾਜਪਾ ਦੀ ਜਾਂ RSS ਦੀ ਗੱਲ ਕਰਦੇ ਹਾਂ, ਤਾਂ ਬਾਦਲ ਦਲ ਦੀ ਜਿਹੜੀ ਅਕਾਲੀ ਦਲ ਬਾਦਲ ਦੀ ਉਹਨਾਂ ਨਾਲ ਸਾਂਝ ਹੈਗੀ ਹੈ, ਇੱਕ ਭਾਈਵਾਲੀ ਹੈਗੀ ਹੈ। ਉਹ ਇਹੀ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਗੁਰਦੁਆਰਾ ਪ੍ਰਬੰਧਾਂ ਤੇ ਇੱਕ ਆਪਣਾ ਇਨਫਲੂਐਂਸ ਹੈਗਾ। ਪਰ ਹਾਲ ਹੀ ਦੇ ਵਿੱਚ ਜਿਹੜੀ ਘਟਨਾ ਸਾਹਮਣੇ ਆਈ ਹੈ ਜਾਂ ਜੋ ਡਿਮਾਂਡ BJP ਨੇ ਰੱਖੀ ਹੈ ਕਿ ਸਾਨੂੰ ਗੁਰਦੁਆਰਾ ਪ੍ਰਬੰਧਾਂ ਦੀਆਂ ਜਿਹੜੀਆਂ ਚੋਣਾਂ ਨੇ ਉਹਦੇ ਵਿੱਚ ਹਿੱਸੇਦਾਰੀ ਮਿਲੇ, ਕੀ ਇਹ ਤੁਹਾਨੂੰ ਲੱਗਦਾ ਵੀ ਇਹ ਇੱਕ ਡਾਇਰੈਕਟ ਤੌਰ ਤੇ ਸਿੱਧਾ ਕੰਟਰੋਲ ਕਰਨ ਦੀ ਲਾਈਨ ਨੂੰ ਹੁਣ BJP ਟੋ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਕ ਸਿੱਧੀ ਦਖਲਅੰਦਾਜ਼ੀ ਤੇ ਸਿੱਧਾ ਕੰਟਰੋਲ ਉਹ ਆਪਣੇ ਹੱਥ ਦੇ ਵਿੱਚ ਲੈਣਗੇ? ਦੇਖੋ, ਗੱਲ ਅਸਲ ਵਿੱਚ ਇੱਕ ਇਹ ਹੈ ਵੀ ਸਿੱਖ ਪੰਥ ਦੇ ਕਈ ਪੜਾਅ ਨੇ, ਕਈ ਮਤਲਬ ਸਟੇਜਾਂ ਨੇ। ਇੱਕ ਲੀਡਰਸ਼ਿਪ ਜਿਹੜੀ ਸੀ ਸਾਡੀ ਕਿਸੇ ਸਮੇਂ ਸੰਤ ਮਹਾਂਪੁਰਸ਼ਾਂ ਦੀ ਸੀ, ਜਿਨ੍ਹਾਂ ਵਿੱਚ ਸੰਤ ਬਾਬਾ ਆਦਰ ਸਿੰਘ ਜੀ ਮਰਤੂ ਵਾਲੇ, ਸੰਤ ਬਾਬਾ ਈਸਾ ਸਿੰਘ ਰਾੜੇ ਵਾਲੇ, ਸੰਤ ਬਾਬਾ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਭਾਈ ਰਣਧੀਰ ਸਿੰਘ ਜੀ। ਇਹ ਸੰਤ ਮਹਾਂਪੁਰਸ਼ ਜਿਹੜੇ ਸੀ ਕਿਤੇ ਨਾ ਕਿਤੇ ਪੰਥਕ ਰੰਗ ਵਿੱਚ ਤੇ ਗੁਰਮਤਿ ਦੇ ਰੰਗ ਵਿੱਚ ਰੰਗੇ ਹੋਏ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬ ਉੱਚਤਾ ਨੂੰ ਮੰਨਦੇ ਸੀ, ਲੇਕਿਨ ਮੌਜੂਦਾ ਸਮੇਂ ਦੇ ਅੰਦਰ ਸੰਤਾਂ ਮਹਾਂਪੁਰਸ਼ਾਂ ਦੇ ਵਿੱਚ ਦੀ ਗਿਰਾਵਟ ਆ ਗਈ। ਧਰਮ ਨੂੰ ਉਹਨਾਂ ਨੇ ਨਿਰਾ ਵਪਾਰ ਬਣਾ ਕੇ ਡੇਰੇ ਸਥਾਪਿਤ ਕਰਕੇ ਆਪਣੀ ਰੋਜੀ ਰੋਟੀ ਦਾ ਸਾਧਨ ਬਣਾ ਲਿਆ। ਔਰ ਮਤਲਬ ਉਹ ਸਿੱਧੇ ਰੂਪ ਦੇ ਵਿੱਚ ਵੀ ਬੜੇ ਮਤਲਬ ਜਿਹੜੀਆਂ ਰਾਜਸ਼ੀ ਆਪਣਾ ਪ੍ਰਭਾਵ ਉਹਦੇ ਉੱਤੇ ਵੀ ਉਹਨਾਂ ਨੇ ਆਪਣਾ ਗਲਬਾ ਜਮਾ ਲਿਆ। ਦੂਜੀ ਲੀਡਰਸ਼ਿਪ ਸੀ ਸ਼੍ਰੋਮਣੀ ਅਕਾਲੀ ਦਲ ਦੀ, ਜਿਹੜੀ ਗਾਤਰੇ ਕਿਰਪਾਨ, 3 ਫੁੱਟੀ ਹੱਥ 'ਚ ਕਿਰਪਾਨ, ਚੂੜੀਦਾਰ ਪਜਾਮਾ, ਨੀਲੀ ਦਸਤਾਰ। ਉਹ ਲੀਡਰਸ਼ਿਪ ਵੀ ਅੱਜ ਦੇ ਯੁੱਗ ਦੇ ਅੰਦਰ ਮਾਰ ਦਿੱਤੀ ਗਈ ਸਰਮਾਏਦਾਰ ਸਿੱਖ ਲੀਡਰਸ਼ਿਪ ਵੱਲੋਂ। ਇੱਕ ਲੀਡਰਸ਼ਿਪ ਸੀ ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹ ਲੀਡਰਸ਼ਿਪ ਵੀ ਮੈਂ ਸਮਝਦਾ ਕਮਜ਼ੋਰ ਕਰ ਦਿੱਤੀ ਗਈ। ਇਹ ਇੱਕ ਲੀਡਰਸ਼ਿਪ ਸੀ ਪੰਜੇ ਸਿੰਘ ਸਾਹਿਬਾਨ ਕੌਮ ਦੇ ਕੋਲ, ਇੱਕ ਸਟੇਟ ਸਰਕਾਰ ਚਲਾਉਣ ਵਾਲੀ ਸੀ। ਵੱਖ-ਵੱਖ ਇਹ ਜਿਹੜੀ ਲੀਡਰਸ਼ਿਪ ਸੀ ਇਹ ਆਪਸ ਵਿੱਚ ਤਾਲਮੇਲ ਦੇ ਨਾਲ ਪੰਥ ਦੀ ਚੜ੍ਹਦੀ ਕਲਾ ਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਆਪਣਾ ਰੋਲ ਕਿਤੇ ਨਾ ਕਿਤੇ ਨਿਭਾਉਂਦੀਆਂ ਰਹੀਆਂ ਸਨ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਇਹ ਗੱਲ ਵੱਖਰੀ ਹੈ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਾਹਿਬ ਦੇ ਵਿੱਚ ਵੀ ਬਹੁਤ ਸਾਰੇ ਮਤਲਬ ਗੁਣ ਹੋਣਗੇ। ਸਿੱਖਾਂ ਨੂੰ ਲੱਗਦਾ ਹੈ ਇਸ ਕਿਸਮ ਦਾ ਕਿ ਉਹ ਕਈ ਗੱਲਾਂ ਤੇ ਸ਼ਾਇਦ ਸਿੱਖ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰ ਸਕੇ। ਪਰ ਇੱਕ ਵਾਰੀ ਉਹ ਪਾਕਿਸਤਾਨ ਦੇ ਜਨਰਲ ਜ਼ਿਆਉਲ ਹੱਕ ਨੇ ਉਹਨਾਂ ਨੂੰ ਕਿਹਾ ਵੀ ਟੌਹੜਾ ਸਾਹਿਬ ਤੁਸੀਂ ਦੇਖੋ ਕਿ ਅਕਾਮ ਬੋਰਡ ਨੇ ਕਿੰਨਾ ਅੱਛਾ ਪ੍ਰਬੰਧ ਕੀਤਾ ਗੁਰਦੁਆਰਾ ਦਾ, ਤੁਸੀਂ ਇਸ ਗੱਲ ਤੋਂ ਸੰਤੁਸ਼ਟ ਹੋ? ਤੇ ਟੌਹੜਾ ਸਾਹਿਬ ਦਾ ਜਵਾਬ ਸੀ ਕਿ ਜੇ ਕੋਈ ਗੈਰ ਮੁਸਲਮਾਨ ਮੱਕੇ ਦਾ ਪ੍ਰਬੰਧ ਕਰ ਲਵੇ ਕੀ ਤੁਸੀਂ ਤੁਹਾਡੀ ਸੰਤੁਸ਼ਟੀ ਹੋ ਸਕਦੀ ਹੈ? ਉਹਨਾਂ ਨੇ ਕਿਹਾ ਵੀ ਨਹੀਂ ਹੋ ਸਕਦੀ। ਫਿਰ ਕਹਿਣ ਲੱਗੇ ਵੀ ਸਿੱਖਾਂ ਦੀ ਵੀ ਸੰਤੁਸ਼ਟੀ ਨਹੀਂ, ਭਾਵੇਂ ਤੁਸੀਂ ਜਿੰਨਾ ਮਰਜ਼ੀ ਅੱਛਾ ਪ੍ਰਬੰਧ ਕਰਿਆ, ਪਰ ਸਿੱਖ ਪੰਥ ਦੇ ਕੋਲੇ ਹੋਣਾ ਚਾਹੀਦਾ। ਦੂਸਰੀ ਗੱਲ ਜਿਹੜੀ ਸੀ, ਮੈਂ ਜੋ ਮਹਿਸੂਸ ਕਰਦਾ ਕਿ ਇੱਥੇ ਇੱਕ ਲਾਲਾ ਲਾਜਪਤ ਰਾਏ ਮੈਂਬਰ ਪਾਰਲੀਮੈਂਟ, ਮੈਂਬਰ ਰਾਜ ਸਭਾ ਹੁੰਦਾ ਸੀ, ਉਸ ਸਮੇਂ RSS ਨੇ ਕਿਹਾ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਅਵਤਾਰ ਪੁਰਬ ਮੰਦਿਰਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਕਰਕੇ ਮਨਾਵਾਂਗੇ। ਮੇਰੇ ਸਾਹਮਣੇ ਟੌਹੜਾ ਸਾਹਿਬ ਨੂੰ ਮਿਲੇ ਤੇ ਉਹਨਾਂ ਨੂੰ ਟੌਹੜਾ ਸਾਹਿਬ ਨੇ ਕਿਹਾ ਇਹ ਬਹੁਤ ਗਲਤ ਗੱਲ ਹੈ, ਪੰਥ ਨੇ ਕਦਾ ਕਿਤੇ ਪ੍ਰਵਾਨ ਨਹੀਂ ਕਰਨੀ, ਖੂਨ ਦੀਆਂ ਨਦੀਆਂ ਬਹਿਣਗੀਆਂ, ਪੰਥ ਇਹ ਗੱਲ ਨਹੀਂ ਪ੍ਰਵਾਨ ਕਰ ਸਕਦਾ। ਤੁਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਅਵਤਾਰ ਪੁਰਬ ਮਨਾਉਣਾ, ਅਸੀਂ ਪ੍ਰਬੰਧ ਕਰ ਦਿੰਦੇ ਹਾਂ, ਤੁਸੀਂ ਆਓ, ਸ਼੍ਰੋਮਣੀ ਕਮੇਟੀ ਆਪਣਾ ਸਾਰਾ ਪ੍ਰਬੰਧ ਕਰੂ, ਤੁਸੀਂ ਆਓ ਮਹਾਰਾਜ ਦੀ ਹਾਜ਼ਰੀ 'ਚ ਬੈਠੋ, ਕੀਰਤਨ ਸਰਵਣ ਕਰੋ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸ਼ਰਧਾ ਦੇ ਫੁੱਲ ਭੇਟ ਕਰੋ। ਪਰ ਅਸੀਂ ਤੁਹਾਨੂੰ ਇਹ ਆਖਿਆ ਨਹੀਂ ਦੇਵਾਂਗੇ ਕਿ ਮੰਦਿਰਾਂ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਉਹ ਗੱਲ ਉਹਨਾਂ ਨੇ ਵਿਡਰਾ ਕੀਤੀ ਸੀ। ਅੱਜ ਦੁਖਦਾਇਕ ਗੱਲ ਇਹ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹਦੇ ਅੰਦਰ 5 ਜਿਹੜੇ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਦੇ ਮੈਂਬਰ ਨੇ, ਭਾਈ ਸਿਰਸਾ ਜਿਹੜੇ ਨੇ ਬਦੇਸ਼ ਆਪਣਾ ਸਿਰਸਾ ਸਾਹਿਬ ਦੀ ਉਹ MLA ਜੀ ਨੇ ਤੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਵੀ ਨੇ। MLA ਉਹ BJP ਦੇ ਟਿਕਟ ਤੋਂ ਲੜੇ ਹੋਏ ਨੇ। ਰਣਜੀਤ ਸਿੰਘ ਰਾਣਾ ਚੇਅਰਮੈਨ ਹੈ, ਉਹ ਆਪਣਾ ਧਰਮ ਪ੍ਰਚਾਰ ਕਮੇਟੀ ਦਾ, ਉਹ BJP ਦਾ ਵੀ ਮਤਲਬ ਕਾਉਂਸਲਰ ਹੈ ਤੇ ਦਿੱਲੀ ਕਮੇਟੀ ਦਾ ਵੀ ਮੈਂਬਰ ਹੈ। ਹਰਮੀਤ ਸਿੰਘ ਕਾਲੇ ਕੇਸ
कमेटी का ਉਹਦੀ ਘਰ ਵਾਲੀ बीजेपी ਦੀ ਮੈਂਬਰ ਹੈ, ਕਾਉਂਸਲਰ ਹੈ बीजेपी ਦੀ ਟਿਕਟ ਤੋਂ। 2 ਹੋਰ ਮੈਂਬਰ ਨੇ ਜਿਨ੍ਹਾਂ ਦੀਆਂ ਧਰਮ ਪਤਨੀਆਂ ਉਹ ਉੱਥੇ ਦਿੱਲੀ ਦੇ ਵਿੱਚ बीजेपी ਦੀ ਟਿਕਟ ਉੱਤੇ ਕਾਉਂਸਲਿੰਗ ਮਤਲਬ ਬਣੀਆਂ ਨੇ। ਤੇ ਜਦੋਂ ਤੁਸੀਂ बीजेपी ਦੀ ਟਿਕਟ ਦੇ ਉੱਤੇ ਉਹਨਾਂ ਦੇ ਸਿੰਬਲ ਤੇ ਚੋਣਾਂ ਲੜੋਗੇ ਤੇ ਨਾਲ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਦੇ ਮਤਲਬ ਤੁਸੀਂ ਮੈਂਬਰ ਬਣਨ ਦੀ ਭਾਵਨਾ ਪ੍ਰਗਟ ਕਰੋਗੇ ਤਾਂ ਕਿਤੇ ਨਾ ਕਿਤੇ ਸਿੱਧੇ ਰੂਪ ਦੇ ਵਿੱਚ बीजेपी ਦਾ ਦਖਲ ਵੱਧ ਰਿਹਾ ਹੈ, RSS ਦਾ ਦਖਲ ਵੱਧ ਰਿਹਾ ਹੈ। RSS ਭਾਵੇਂ ਆਪ ਸਿੱਧੇ ਰੂਪ ਦੇ ਵਿੱਚ ਟਿਕਟਾਂ ਨਹੀਂ ਦਿੰਦੀ, ਵਾਇਆ BJP ਰਾਹੀਂ ਟਿਕਟ ਦਿੰਦੀ ਹੈ। ਤੇ ਮੈਂ ਸਮਝਦਾ ਇਹ ਬੜੀ ਗੰਭੀਰ ਗੱਲ ਹੈ ਤੇ ਇਹਦੀ ਚਿੰਤਾ ਕਰਨੀ ਚਾਹੀਦੀ ਹੈ। ਰਾਹ ਪੰਥ ਨੂੰ ਰੋਕਣਾ ਚਾਹੀਦਾ ਹੈ। ਟੌੜਾ ਸਾਹਿਬ ਨੇ ਉਹ ਦੁਨੀਆ ਚ ਹੈ ਨਹੀਂ, ਉਹਨਾਂ ਨੇ ਬੜੀ ਵਾਰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਹਾ ਕਿ ਸਾਡੀ ਸਾਂਝ ਜਿਹੜੀ ਹੈ ਪੋਲੀਟੀਕਲੀ ਖੇਤਰ ਵਿੱਚ BJP ਨਾਲ ਨਹੀਂ ਬਣਦੀ, ਜੇ ਅਸੀਂ ਬਣਾਉਣੀ ਹੈ ਤਾਂ ਸਾਨੂੰ BSP ਨਾਲ ਬਣਾਉਣੀ ਚਾਹੀਦੀ ਹੈ। ਸਿੱਖੀ ਜਿਹੜੀ ਹੈ ਕਿਤੇ ਨਾ ਕਿਤੇ ਦਲਿਤ ਭਾਈਚਾਰੇ ਵਿੱਚੋਂ ਪ੍ਰਫੁੱਲਤ ਹੋਏਗੀ, BJP ਦੇ ਕਾਡਰ ਦੇ ਵਿੱਚੋਂ ਕਦੇ ਸਿੱਖੀ ਪ੍ਰਫੁੱਲਤ ਨਹੀਂ ਹੋ ਸਕਦੀ। ਉਹ ਜਿਹੜੇ ਪੰਜਾਬ ਦਾ ਜੱਟ ਜਿਹੜਾ ਹੈ, ਪੰਜਾਬ ਦਾ ਜੱਟ ਸਿੱਖ ਕਿਸਾਨ ਜਿਹੜਾ ਹੈ ਉਹ ਰੋਜ਼ ਦਲਿਤ ਭਾਈਚਾਰੇ ਨਾਲ ਆਪਣੀ ਸਾਂਝ ਰੱਖਦਾ ਹੈ ਤੇ ਸਾਨੂੰ BSP ਨਾਲ ਆਪਣੀ ਸਾਂਝ ਰੱਖ ਕੇ ਸੈਂਟਰ ਵੱਲ ਨੂੰ ਮੂੰਹ ਰੱਖਣ ਦਾ ਯਤਨ ਕਰਨਾ ਚਾਹੀਦਾ। ਤੇ ਰਾਜਸੀ ਤੌਰ ਤੇ ਜੇ ਅਕਾਲੀ ਦਲ ਦੀ ਕਿਤੇ ਮਜਬੂਰੀ ਹੈ, ਉਹ ਮਜਬੂਰੀ ਦਾ ਹੱਲ ਹੋਰ ਬਹੁਤ ਨੇ, ਪਰ BJP ਨਾਲ ਸਾਂਝ ਪਾ ਕੇ ਉਹਨਾਂ ਨੂੰ ਸਿੱਧੇ ਰੂਪ ਦੇ ਵਿੱਚ ਗੁਰਦੁਆਰਾ ਪ੍ਰਬੰਧ ਵੱਲ ਮੋੜਨ ਵਾਲਾ ਰਸਤਾ ਬਹੁਤ ਖਤਰਨਾਕ ਹੈ ਤੇ ਪੰਥ ਨੂੰ ਇਹਦੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਔਰ ਦਲੇਰੀ ਨਾਲ ਇਹਦਾ ਵਿਰੋਧ ਕਰਨ ਦਾ ਯਤਨ ਕਰਨਾ ਚਾਹੀਦਾ। ਜੀ ਪੰਜੋਲੀ ਸਾਹਿਬ, ਪਰ ਅੱਜ ਜਦੋਂ ਅਸੀਂ ਦੇਖਦੇ ਹਾਂ ਤਾਂ ਕੀ ਕਾਰਨ ਹੈ ਜਿਹੜੇ SGPC ਦੇ ਪ੍ਰਧਾਨ ਨੇ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ, ਉਹ SGPC ਦੀ ਨੁਮਾਇੰਦਗੀ ਕਰਦੇ ਨੇ, ਤੁਸੀਂ SGPC ਦੇ ਮੈਂਬਰ ਹੋ। ਅੱਜ ਜਦੋਂ ਇਹ ਡਿਮਾਂਡ BJP ਵੱਲੋਂ ਰੱਖੀ ਜਾਂਦੀ ਹੈ ਤਾਂ ਉਹਨਾਂ ਦਾ ਬਿਆਨ ਆਉਂਦਾ ਹੈ ਕਿ ਇਸ ਬਾਰੇ ਜਿਹੜਾ ਫੈਸਲਾ ਹੈ ਉਹ ਸੁਖਬੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਕਰਨਗੇ। ਕਿਉਂ SGPC ਦਾ ਪ੍ਰਧਾਨ ਆਪਣਾ ਇੱਕ ਸਟੈਂਡ ਸਪਸ਼ਟ ਕਰਨ ਤੋਂ ਵੀ ਪਿੱਛੇ ਹਟ ਰਿਹਾ ਹੈ? ਇਹਦੇ ਪਿੱਛੇ ਤੁਸੀਂ ਕੀ ਕਾਰਨ ਸਮਝਦੇ ਹੋ? ਦੇਖੋ ਜੀ, ਮੈਂ ਸਮਝਦਾ ਵੀ ਇਹ ਕਿਤੇ ਨਾ ਕਿਤੇ ਜਹਿਨੀ ਗੁਲਾਮੀ ਦੀ ਨਿਸ਼ਾਨੀ ਹੈ, ਕਿਤੇ ਨਾ ਕਿਤੇ ਬੌਣੀ ਸੋਚ ਦਾ ਨਤੀਜਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਦਾ ਰੁਤਬਾ ਬਹੁਤ ਵੱਡਾ ਤੇ ਬਹੁਤ ਮਹਾਨ ਹੈ। ਜੀ ਬਿਲਕੁਲ। ਕਿਰਪਾਲ ਸਿੰਘ ਬਡੂੰਗਰ ਨੇ 6 ਕਿਤਾਬਾਂ ਲਿਖੀਆਂ ਨੇ ਸਿਧਾਂਤ ਦੇ ਇਸ਼ੂ ਦੇ ਉੱਤੇ। ਉਹਨਾਂ ਨੂੰ ਇਸ ਮਸਲੇ ਦੇ ਉੱਤੇ ਬਿਆਨ ਬਿਲਕੁਲ ਨਹੀਂ ਦੇਣਾ ਚਾਹੀਦਾ ਕਿ ਸਾਹਿਬ ਸੁਖਬੀਰ ਸਿੰਘ ਬਾਦਲ ਇਹਦੇ ਸੰਬੰਧੀ ਫੈਸਲਾ ਕਰਨਗੇ। ਉਹਨਾਂ ਨੂੰ ਦਲੇਰੀ ਨਾਲ ਸ਼੍ਰੋਮਣੀ ਕਮੇਟੀ ਦੀ ਪਲੇਟਫਾਰਮ ਦੇ ਉੱਤੋਂ ਇਹ ਕਹਿਣਾ ਚਾਹੀਦਾ ਕਿ ਕਿਸੇ ਵੀ ਕੀਮਤ ਦੇ ਉੱਤੇ ਕਿਸੇ ਗੈਰ ਸਿੱਖ ਨੂੰ ਗੁਰਦੁਆਰਾ ਪ੍ਰਬੰਧ ਦੇ ਵਿੱਚ ਦਖਲਅੰਦਾਜ਼ੀ ਕਰਨ ਦਾ ਅਧਿਕਾਰ ਨਹੀਂ ਦਿੱਤਾ ਜਾ ਸਕੇਗਾ। ਇਹ ਦਲੇਰੀ ਨਾਲ ਕਹਿਣਾ ਚਾਹੀਦਾ ਹੈ। ਜਦੋਂ ਮੈਂ ਇਹ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਬੇਲੋੜਾ ਪ੍ਰਭਾਵ ਜਿਹੜਾ ਹੈ ਉਹ ਜਾਂ ਬੇਲੋੜੀ ਦਖਲਅੰਦਾਜ਼ੀ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਪਏਗੀ ਤਾਂ ਕੁਦਰਤੀ ਹੈ ਕਿ ਬਡੂੰਗਰ ਸਾਹਿਬ ਵਰਗੇ ਬੰਦੇ ਜਿਹਨੇ ਨੂੰ ਇਸ ਗੱਲ ਦੀ ਸਮਝ ਵੀ ਹੈ ਉਹ ਇਸ ਕਿਸਮ ਦੇ ਬਿਆਨ ਦੇਣਗੇ, ਪਰ ਇਹ ਬਿਆਨ ਬੜਾ ਮਾੜਾ, ਬੜਾ ਗਲਤ ਹੈ, ਨਹੀਂ ਦੇਣਾ ਚਾਹੀਦਾ। ਜੀ ਪੰਜੋਲੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਸ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਦਰਸ਼ਕਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਬੰਧੀ ਕੋਈ ਹੋਰ ਡਿਵੈਲਪਮੈਂਟ ਹੁੰਦੀ ਹੈ ਤਾਂ ਜ਼ਰੂਰ ਤੁਹਾਡੇ ਨਾਲ ਰਾਬਤਾ ਕਾਇਮ ਕਰਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸਨ ਸਰਦਾਰ ਕਰਨੈਲ ਸਿੰਘ ਪੰਜੋਲੀ ਜਿਹੜੇ ਕਿ ਫਤਿਹਗੜ੍ਹ ਸਾਹਿਬ ਤੋਂ SGPC ਮੈਂਬਰ ਨੇ। ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਉਹ ਤੁਹਾਨੂੰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦੇ ਹਾਂ ਕਿ TV84 ਨੂੰ ਚੱਲਦਾ ਰੱਖਣ ਦੇ ਲਈ ਇਹ ਜਿਹੜੀ ਗੱਲਬਾਤ ਹੈਗੀ ਹੈ ਸਿੱਖ ਨੁਕਤਾ ਨਿਗਾਹ ਤੋਂ ਤੁਹਾਡੇ ਤੱਕ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਪਹੁੰਚਾਉਣ ਦੇ ਲਈ ਸਾਨੂੰ ਤੁਹਾਡੀ ਮਾਇਕ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਦੇਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।